ਜਦੋਂ ਇਹਦੇ 100 ਵਰੇ ਪੂਰੇ ਹੋ ਰਹੇ ਹਨ, ਇੱਕ ਸਦੀ ਦਾ ਸਫ਼ਰ ਇਸਨੇ ਤੈਅ ਕਰ ਲਿਆ ਹੈ ਲਗਭਗ, ਤਾਂ ਇਸ ਵੇਲੇ ਇਹ ਕਿਸ ਸਥਿਤੀ ਵਿੱਚ ਹੈ? ਦੇਖੋ, ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤਰ੍ਹਾਂ ਤੁਸੀਂ ਕਿਹਾ ਬਹੁਤ ਹੀ ਸੁਨਹਿਰੀ ਇਤਿਹਾਸ ਹੈ ਜੀ। ਕੁਰਬਾਨੀਆਂ ਕੀਤੀਆਂ, ਪਹਿਲਾਂ ਗੁਰੂ ਘਰ ਆਜ਼ਾਦ ਕਰਾਏ, ਜੀ 5 ਸਾਲ ਲੜੇ, ਤੇ ਉਸ ਤੋਂ ਬਾਅਦ ਚਾਹੇ ਆਜ਼ਾਦੀ ਦੀ ਜੰਗ ਆਈ ਉਹਦੇ 'ਚ ਵੀ, ਚਾਹੇ ਪੰਜਾਬ ਦੇ ਮਸਲੇ ਆਏ, ਭਾਵੇਂ ਪੰਜਾਬੀ ਸੂਬੇ ਦਾ ਮਸਲਾ ਆਇਆ, ਭਾਵੇਂ ਜੇ ਲੋੜ ਪਈ ਤਾਂ ਸਿੱਖੀ ਦੀ ਤੇ ਗੁਰਦੁਆਰਿਆਂ ਦਾ ਮਸਲਾ ਕੋਈ ਆਇਆ ਤਾਂ ਦਿੱਲੀ ਦੇ ਗੁਰਦੁਆਰਿਆਂ ਲਈ ਵੀ ਮੋਰਚਾ ਲਾਇਆ। ਜੀ। ਇਸ ਤੋਂ ਇਲਾਵਾ ਅਕਾਲੀਆਂ ਦੇ ਰਾਜ ਵਿੱਚ ਹੀ ਬਹਿਬਲ ਕਲਾਂ ਕਾਂਡ ਵਰਗੇ ਕਾਂਡ ਵਾਪਰੇ, ਬੇਅਦਬੀ, ਵਾਰ-ਵਾਰ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ, ਤੇ ਬਰਗਾੜੀ ਕਾਂਡ ਵਾਪਰਿਆ, ਅਤੇ ਹਾਲੇ ਤੱਕ ਗੱਲ ਜਾਂਚ ਕਿਸੇ ਤਣ ਪੱਤਣ ਨਹੀਂ ਲੱਗੀ ਤੇ ਲੋਕਾਂ ਨੂੰ ਨਿਆਂ ਨਹੀਂ ਮਿਲਿਆ। ਘੱਟੋ ਘੱਟ ਮਰਨ ਵਾਲਿਆਂ ਨੂੰ, ਜਿਨ੍ਹਾਂ ਦੇ ਘਰਾਂ ਦੇ ਜੀਅ ਚਲੇ ਗਏ ਉਸ ਗੋਲੀ ਕਾਂਡ ਵਿੱਚ, ਤੇ ਉਹਨਾਂ ਨੂੰ ਵੀ ਨਿਆਂ ਨਹੀਂ ਮਿਲਿਆ। ਕਿਸੇ ਵੀ ਉਸ ਸ਼ਹੀਦ ਦਾ ਜਾਂ ਝੱਬਰ ਹੋਰਾਂ ਦਾ ਜਾਂ ਕੋਈ ਵੀ ਐਸਾ ਪਰਿਵਾਰ ਨਹੀਂ ਲਿਆ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਲਈ ਕੁਛ ਕੀਤਾ ਹੈ। ਜੀ। ਕਿਸੇ ਨੂੰ ਕੋਈ ਸਨਮਾਨਿਤ ਨਹੀਂ ਕੀਤਾ, ਕਿਸੇ ਨੂੰ ਬੁਲਾਇਆ ਨਹੀਂ। ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਸ਼੍ਰੋਮਣੀ ਅਕਾਲੀ ਦਲ ਜਿਸ ਦੇ 100 ਸਾਲ ਦਸੰਬਰ ਵਿੱਚ ਪੂਰੇ ਹੋ ਰਹੇ ਹਨ, ਕੁਰਬਾਨੀਆਂ ਭਰੇ ਆਗੂਆਂ ਵਾਲਾ, ਸ਼ਾਨਾ ਮੱਤੇ ਇਤਿਹਾਸ ਵਾਲਾ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਿਸ ਸਥਿਤੀ ਵਿੱਚ ਹੈ, ਆਪਾਂ ਗੱਲਬਾਤ ਕਰਦੇ ਹਾਂ ਸੀਨੀਅਰ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨਾਲ, ਜੋ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਵਿੱਚ ਚੋਟੀ ਦੇ ਆਗੂ ਸਨ ਤੇ ਇਸ ਵੇਲੇ ਵੱਖਰੇ ਅਕਾਲੀ ਦਲ ਵਿੱਚ ਹਨ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਢੀਂਡਸਾ ਸਾਹਿਬ, ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਲੰਬਾ ਸਮਾਂ ਰਹੇ ਹੋ, ਵੱਡੇ ਵੱਡੇ ਅਹੁਦਿਆਂ 'ਤੇ ਰਹੇ ਹੋ, ਲੋਕਾਂ ਵਿੱਚ ਵਿਚਰਦੇ ਰਹੇ ਹੋ, ਤੇ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਬਹੁਤ ਸ਼ਾਨਦਾਰ ਇਤਿਹਾਸ ਰਿਹਾ ਹੈ, ਕੁਰਬਾਨੀਆਂ ਭਰਿਆ ਰਿਹਾ ਹੈ, ਅਤੇ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਇਸ ਦੀ ਸਿਰੜ ਤੇ ਨਿਸ਼ਠਾ ਤੋਂ ਵਾਰੇ ਜਾਂਦੇ ਰਹੇ ਹਨ, ਇਹਨੂੰ ਗੰਭੀਰਤਾ ਨਾਲ ਲੈਂਦੇ ਰਹੇ ਹਨ, ਤੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜਦੋਂ ਇਹਦੇ 100 ਵਰੇ ਪੂਰੇ ਹੋ ਰਹੇ ਹਨ, ਇੱਕ ਸਦੀ ਦਾ ਸਫ਼ਰ ਇਸਨੇ ਤੈਅ ਕਰ ਲਿਆ ਹੈ ਲਗਭਗ, ਤਾਂ ਇਸ ਵੇਲੇ ਇਹ ਕਿਸ ਸਥਿਤੀ ਵਿੱਚ ਹੈ? ਦੇਖੋ, ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਸ ਤਰ੍ਹਾਂ ਤੁਸੀਂ ਕਿਹਾ ਬਹੁਤ ਹੀ ਸੁਨਹਿਰੀ ਇਤਿਹਾਸ ਹੈ ਜੀ। ਕੁਰਬਾਨੀਆਂ ਕੀਤੀਆਂ, ਪਹਿਲਾਂ ਗੁਰੂ ਘਰ ਆਜ਼ਾਦ ਕਰਾਏ, ਜੀ 5 ਸਾਲ ਲੜੇ, ਤੇ ਉਸ ਤੋਂ ਬਾਅਦ ਚਾਹੇ ਆਜ਼ਾਦੀ ਦੀ ਜੰਗ ਆਈ ਉਹਦੇ 'ਚ ਵੀ, ਚਾਹੇ ਪੰਜਾਬ ਦੇ ਮਸਲੇ ਆਏ, ਭਾਵੇਂ ਪੰਜਾਬੀ ਸੂਬੇ ਦਾ ਮਸਲਾ ਆਇਆ, ਭਾਵੇਂ ਜੇ ਲੋੜ ਪਈ ਤਾਂ ਸਿੱਖੀ ਦੀ ਤੇ ਗੁਰਦੁਆਰਿਆਂ ਦਾ ਮਸਲਾ ਕੋਈ ਆਇਆ ਤਾਂ ਦਿੱਲੀ ਦੇ ਗੁਰਦੁਆਰਿਆਂ ਲਈ ਵੀ ਮੋਰਚਾ ਲਾਇਆ। ਜੀ। ਔਰ ਇਸ ਤੋਂ ਇਲਾਵਾ ਜੋ ਕੁਛ 84 'ਚ ਹੋਇਆ ਸਿੱਖਾਂ ਨਾਲ, ਉਹ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਕਰਕੇ ਇਹਦਾ ਬਹੁਤ ਵੱਡਾ ਇਤਿਹਾਸ ਹੈ। ਪਰ ਮੈਂ ਇਹ ਨਹੀਂ ਹੈ ਕਿ ਮੈਂ ਅਕਾਲੀ ਦਲ ਨਹੀਂ, ਮੈਂ ਤਾਂ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਹੀ ਹਾਂ। ਅਸੀਂ ਠੀਕ ਹੈ, ਸਾਨੂੰ ਮਜਬੂਰਨ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਰੱਖਣਾ ਪਿਆ, ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਟੈਕਨੀਕਲ ਗੱਲਾਂ ਪੂਰੀਆਂ ਕਰਨ ਲਈ। ਜੀ। ਇਸ ਕਰਕੇ, ਪਰ ਲੇਕਿਨ ਜੋ ਇਤਿਹਾਸ ਸ਼੍ਰੋਮਣੀ ਅਕਾਲੀ ਦਲ, ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਬਣਾ ਰਹੇ ਸੀਗੇ, ਵੱਖਰਾ ਬਣਾ ਰਹੇ ਸੀ, ਤਾਂ ਨੌਜਵਾਨ ਮੈਨੂੰ ਮਿਲੇ, ਉਹਨਾਂ ਨੇ ਕਿਹਾ ਜੀ ਅਕਾਲੀ ਦਲ ਦਾ ਨਾਂ ਨਾ ਰੱਖੋ, ਬਹੁਤ ਬਦਨਾਮ ਹੋ ਗਿਆ। ਮੈਂ ਕਿਹਾ ਕਾਕਾ, ਬਦਨਾਮ ਅਕਾਲੀ ਦਲ ਨਹੀਂ ਹੋਇਆ, ਉਹ ਬਦਨਾਮ ਹੋਏ ਉਹ ਜਿਹੜੇ ਬੰਦਿਆਂ ਨੇ ਬਦਨਾਮ ਕੀਤਾ ਹੈ, ਉਹ ਹੈ ਸੁਖਬੀਰ ਹੋਣੀ ਜਾਂ ਬਾਦਲ ਪਰਿਵਾਰ ਕਹਿ ਲਓ। ਇਸ ਕਰਕੇ ਤੁਸੀਂ ਇਹ ਨਾ ਕਹੋ ਵੀ ਸ਼੍ਰੋਮਣੀ ਅਕਾਲੀ ਦਲ ਬਦਨਾਮ ਹੋ ਗਿਆ। ਬਹੁਤ ਵੱਡੀਆਂ ਇਤਿਹਾਸ ਹੈ ਇਹਨਾਂ ਦਾ, ਉਹ ਤੁਸੀਂ ਪੜ੍ਹੋਗੇ, ਤੁਸੀਂ ਬੜੇ ਫਖਰ ਮਹਿਸੂਸ ਕਰੋਗੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੋਰ ਕਿਸੇ ਪੋਲੀਟੀਕਲ ਦੇ ਕੋਲੇ ਇਤਿਹਾਸ ਹੈ ਨਹੀਂ। ਜੀ। ਜੋ ਕੁਰਬਾਨੀਆਂ ਕੀਤੀਆਂ, ਜੋ ਇਹਨਾਂ ਨੇ ਉਹ ਕੀਤਾ ਜੀ, ਕਿਉਂਕਿ ਤੁਸੀਂ ਪਾਰਟੀ ਦੇ ਅੰਦਰ ਰਹੇ ਹੋ, ਲਗਾਤਾਰ ਸਾਰੇ ਆਗੂਆਂ ਨਾਲ ਕੰਮ ਕੀਤਾ ਹੈ, ਲੋਕਾਂ ਤੱਕ ਵੀ ਤੁਸੀਂ ਜਾਂਦੇ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਨਾਮ 'ਤੇ, ਅਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਅਸੀਂ ਹੀ ਹਾਂ, ਤੁਸੀਂ ਹੀ ਹੋ, ਨਾਲ ਡੈਮੋਕ੍ਰੈਟਿਕ ਤੁਹਾਨੂੰ ਲਾਉਣਾ ਪਿਆ ਤਕਨੀਕੀ ਕਾਰਨਾਂ ਕਰਕੇ। ਪਰ ਇਹੋ ਜਿਹਾ ਕੀ ਹੋਇਆ ਕਿ ਇਹੋ ਜਿਹੀਆਂ ਕੁਝ ਬਰੀਕੀਆਂ ਤੁਸੀਂ ਇਹੋ ਜਿਹੀਆਂ ਦੇਖੀਆਂ ਜ਼ਰੂਰ ਹੋਣਗੀਆਂ ਜਿਨ੍ਹਾਂ ਕਰਕੇ ਵਰਤਮਾਨ ਸਥਿਤੀ, ਕਿਉਂਕਿ ਪਹਿਲਾਂ ਜਿੰਨੀ ਸ਼ਾਨਾ ਮੱਤੀ ਸਥਿਤੀ ਤਾਂ ਹੈ ਨਹੀਂ, ਇਹ ਸੱਚ ਹੈ, ਤੇ ਇਹੋ ਜਿਹਾ ਕੀ ਕੁਝ ਵਾਪਰਿਆ ਕਿ ਇਹ ਇਸ ਸਥਿਤੀ ਵਿੱਚ ਪਹੁੰਚ ਗਿਆ? ਦੇਖੋ, ਮੈਂ ਸਮਝਦਾ ਕਈ ਗੱਲਾਂ ਐਸੀਆਂ ਵਾਪਰੀਆਂ ਕਿ ਜਦੋਂ ਸਾਡੀ ਸਰਕਾਰ ਹੋਵੇ ਜੀ, ਤੇ ਪਹਿਲਾਂ ਤਾਂ ਸਰਸ਼ਾਲੇ ਨੇ ਮਾਫ਼ ਕੀਤਾ, ਫਿਰ ਪ੍ਰੈਸ਼ਰ ਪੈ ਗਿਆ, ਫਿਰ ਵਿਡਰਾ ਕੀਤਾ।
ਉਹ ਜਥੇਦਾਰਾਂ ਨੇ ਨਹੀਂ ਕੀਤਾ, ਉਹ ਸੁਖਬੀਰ ਸਿੰਘ ਬਾਦਲ ਨੇ ਕਰਵਾਇਆ। ਇਹ ਸਾਰੀ ਦੁਨੀਆ ਜਾਣਦੀ ਹੈ ਜੀ। ਤੇ ਜੇ ਪ੍ਰਧਾਨ ਹੀ ਇਸ ਤਰ੍ਹਾਂ ਦੀ ਗੱਲ ਕਰਾਵੇ ਤੇ 90 ਲੱਖ ਤੋਂ ਉੱਪਰ ਖਰਚਾ SGPC ਤੇ ਪਾਇਆ ਤੇ ਕਿ ਬਹੁਤ ਵਧੀਆ ਗੱਲ ਹੋਈ ਹੈ। ਜਦੋਂ ਅਸੀਂ ਗੱਲ ਕਰਦੇ ਸੀ ਪਾਰਟੀ 'ਚ ਰਹਿ ਕੇ ਕਿ ਜੀ ਦੱਸੋ ਉਹਦਾ ਕੀ ਹੋਇਆ, ਕਹਿੰਦੇ SIT ਬਣ ਗਈ। ਬਾਦਲ ਸਾਹਿਬ ਸਾਨੂੰ ਕਹਿੰਦੇ ਸੀ ਕਿ SIT ਬਣੀ ਹੋਈ ਹੈ। ਇਹ ਮੈਂ ਇਹਨਾਂ ਨੂੰ ਸਜ਼ਾਵਾਂ ਵੀ ਦੇਵਾਂਗੇ, ਅਸੀਂ ਲੱਭਾਂਗੇ ਵੀ। ਤੇ ਇਸ ਕਰਕੇ ਮੈਂ ਸਮਝਦਾ ਕਿ ਅਸੀਂ ਬਹੁਤ ਦੇਰ ਜਿੰਨੀ ਵਾਰੀ ਕੀਤੀ ਕਿ SIT ਬਣੀ, SIT ਹੁਣ ਤੱਕ ਚਲੀ ਜਾ ਰਹੀ ਹੈ, ਅਜੇ ਤੱਕ ਉਹਨਾਂ ਦਾ ਕੋਈ ਉਹ ਨਹੀਂ ਲੱਭਿਆ। ਇਸ ਤੋਂ ਇਲਾਵਾ ਜੋ ਸ਼੍ਰੋਮਣੀ ਕਮੇਟੀ 'ਚ ਹੁਣ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ, ਜਿਸ ਤਰ੍ਹਾਂ ਦੇ ਸਕੈਂਡਲ ਆ ਰਹੇ ਨੇ, ਜਿਸ ਤਰ੍ਹਾਂ ਕੰਟਰੋਲ ਹੋਇਆ ਹੈ, ਉਹ ਹਰ ਸਿੱਖ ਦਾ ਸਿਰ ਝੁਕ ਜਾਂਦਾ ਹੈ ਕਿ ਯਾਰ ਇੰਨਾ ਸ਼ਰਮੇ ਵਾਲੀ ਗੱਲ ਹੁੰਦੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਤਰ੍ਹਾਂ ਖਾਧਾ ਜਾ ਰਿਹਾ। ਔਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਹੀ ਪਤਾ ਨਹੀਂ ਕਿੰਨੇ ਨੇ, ਕਿੱਥੇ ਗਏ। ਕਹਿੰਦੇ ਜੀ ਉਹ ਤਾਂ ਅੱਜ ਕੱਲ੍ਹ ਜਥੇਦਾਰ ਸਾਹਿਬ ਵੀ ਅਕਾਲ ਤਖਤ ਤੇ ਮੈਂ ਬੜਾ ਹੈਰਾਨ ਹਾਂ। ਜਥੇਦਾਰ ਅਕਾਲ ਤਖਤ ਸਾਹਿਬ ਕਹਿੰਦੇ ਉਹਨਾਂ ਬੰਦੇ 328 ਸਰੂਪਾਂ ਦੇ ਪੈਸੇ ਕੋਈ ਬੰਦੇ ਹੀ ਕਹਿੰਦੇ ਖਾ ਗਏ। ਸਰੂਪ ਤਾਂ ਗਏ ਨੇ ਪਰ ਉਹ ਬੰਦੇ ਖਾ ਗਏ। ਤਾਂ ਦੱਸੋ, ਮੈਨੂੰ ਦੱਸੋ ਵੀ ਸ਼੍ਰੋਮਣੀ ਕਮੇਟੀ ਕਿਸ ਕੰਮ ਲਈ ਹੈ? ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਕਿਸ ਕੰਮ ਲਈ ਬਣਦੀ ਹੈ? ਪ੍ਰਧਾਨ ਕਿਸ ਲਈ ਬਣਦਾ? ਇਸ ਲਈ ਬਣਦਾ ਨਾ। ਤੇ ਲੇਕਿਨ ਹੁਕਮ ਤਾਂ ਸੁਖਬੀਰ ਦਾ ਚੱਲਦਾ ਉੱਥੇ, ਉਹਨਾਂ ਤੋਂ ਕੁਝ ਪਤਾ ਹੀ ਨਹੀਂ। ਤੇ ਇਸ ਕਰਕੇ ਮੈਂ ਸਮਝਦਾ ਹੁਣ ਉਹ ਸ਼੍ਰੋਮਣੀ ਅਕਾਲੀ ਦਲ 'ਚ ਰਹਿਣਾ ਆਪਦੇ ਆਪ ਨੂੰ ਬਹੁਤ ਨੀਵਾਂ ਸਮਝਣ ਲੱਗੀ। ਇਸ ਕਰਕੇ ਸਾਨੂੰ ਮਜਬੂਰ ਹੋ ਕੇ ਅੱਡ ਹੋਣਾ ਪਿਆ। ਜੀ, ਪਰ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਉਹਦੇ ਵਿੱਚ ਬੜਾ ਕੁਝ ਨਾਖੁਸ਼ਗਵਾਰ ਵਾਪਰ ਰਿਹਾ ਹੈ। ਇਸ ਤੋਂ ਇਲਾਵਾ ਅਕਾਲੀਆਂ ਦੇ ਰਾਜ ਵਿੱਚ ਹੀ ਬਹਿਬਲ ਕਲਾਂ ਕਾਂਡ ਵਰਗੇ ਕਾਂਡ ਵਾਪਰੇ, ਬੇਅਦਬੀ, ਵਾਰ-ਵਾਰ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ, ਅਤੇ ਬਰਗਾੜੀ ਕਾਂਡ ਵਾਪਰਿਆ, ਅਤੇ ਹਾਲੇ ਤੱਕ ਗੱਲ ਜਾਂਚ ਕਿਸੇ ਤਣ ਪੱਤਣ ਨਹੀਂ ਲੱਗੀ ਅਤੇ ਲੋਕਾਂ ਨੂੰ ਨਿਆਂ ਨਹੀਂ ਮਿਲਿਆ। ਘੱਟੋ ਘੱਟ ਮਰਨ ਵਾਲਿਆਂ ਨੂੰ, ਜਿਨ੍ਹਾਂ ਦੇ ਘਰਾਂ ਦੇ ਜੀਅ ਚਲੇ ਗਏ ਉਸ ਗੋਲੀ ਕਾਂਡ ਵਿੱਚ, ਅਤੇ ਉਹਨਾਂ ਨੂੰ ਵੀ ਨਿਆਂ ਨਹੀਂ ਮਿਲਿਆ। ਅਤੇ ਪਰ ਇਹ ਉਦੋਂ ਤੱਕ ਤਾਂ ਤੁਸੀਂ ਇਹਨਾਂ ਨਾਲ ਸੀਗੇ ਲੰਬਾ ਸਮਾਂ, ਉਦੋਂ ਇਹ ਜ਼ੋਰਦਾਰ ਢੰਗ ਨਾਲ ਕਿਉਂ ਨਹੀਂ ਮਸਲੇ ਉਠਾਏ ਗਏ? ਉਠਾਏ ਸੀਗੇ ਜੀ। SIT ਬਣਾਈ, ਉਹ ਸਾਡੇ ਕਹਿ ਤੋਂ ਇਹਨੇ ਅਸੀਂ DGP ਨੂੰ ਮਸਾਂ ਬੁਲਵਾਇਆ, ਬਦਲਣ ਨੂੰ ਤਿਆਰ ਨਹੀਂ ਸੀ ਉਦੋਂ। ਅਸੀਂ ਤਾਂ ਕਹਿੰਦੇ ਸੀ ਇਹਨੂੰ ਸਸਪੈਂਡ ਕਰੋ, ਸੈਣੀ DGP ਸੀ, ਹਾਂ ਸੁਹੇਲ ਸੈਣੀ। ਲੇਕਿਨ ਉਹਨੂੰ ਇੱਥੋਂ ਤੱਕ ਉਹਨੂੰ ਬਦਲਣ ਨੂੰ ਤਿਆਰ ਨਹੀਂ ਸੀਗੇ। ਉੱਥੇ ਅਸੀਂ 5-4 ਬੰਦਿਆਂ ਨੇ ਮਸਾਂ ਉਹਨਾਂ ਨੂੰ ਬਦਲਵਾਇਆ ਕਿ ਬਹੁਤ ਵੱਡੀ ਮਾਰੀ ਗੋਲੀ ਚਲਾਉਣੀ ਹੈ। ਅਤੇ ਇਹਨੇ ਕਿਸ ਤਰ੍ਹਾਂ ਕੀਤਾ ਵਿਚਾਰੇ, ਉਹ ਤਾਂ ਸਤਨਾਮ ਵਾਹਿਗੁਰੂ ਕਹਿ ਰਹੇ ਸੀਗੇ, ਉਹਨਾਂ ਨੂੰ ਕਿਉਂ ਉਠਾਇਆ? ਇਸ ਕਰਕੇ ਮੈਂ ਸਮਝਦਾ ਕਿ ਉਹਨਾਂ ਨੇ ਅਸੀਂ ਕੋਈ ਵੀ ਐਸਾ ਵਕਤ ਨਹੀਂ ਸੀ ਜਿੱਥੇ ਅਸੀਂ ਨਹੀਂ ਆਵਾਜ਼ ਉਠਾਈ। ਨਹੀਂ, ਹੁਣ ਤੁਹਾਡੇ ਸ਼ਬਦਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਸ ਨੇ ਜੈਤੋਂ ਦਾ ਮੋਰਚਾ, ਕੁੰਜੀਆਂ ਦਾ ਮੋਰਚਾ, ਨਨਕਾਣਾ ਸਾਹਿਬ ਵਾਲਾ ਸਾਕਾ, ਕਿੰਨਾ ਕੁਝ ਇਹਨਾਂ ਨੇ ਆਪਣੇ ਜਿਸਮਾਂ 'ਤੇ, ਆਪਣੀਆਂ ਰੂਹਾਂ 'ਤੇ ਝੱਲਿਆ ਅਕਾਲੀਆਂ ਨੇ, ਅਤੇ ਹੁਣ ਉੱਥੇ ਹੀ ਸ਼੍ਰੋਮਣੀ ਕਮੇਟੀ ਵਿੱਚ ਸਾਹਮਣੇ ਆ ਰਹੇ ਨੇ ਜਿਹੋ ਜਿਹੇ ਘਪਲੇ ਜਾਂ ਜਿਹੋ ਜਿਹੀਆਂ ਦੁੱਖ ਦੇਣ ਵਾਲੀਆਂ ਗੱਲਾਂ ਵਾਪਰ ਰਹੀਆਂ ਨੇ। ਅਤੇ ਉਹਨਾਂ ਸਾਰੇ ਕਾਸੇ 'ਤੇ ਕਿਉਂਕਿ ਕਿਸੇ ਨਾ ਕਿਸੇ ਰੂਪ 'ਚ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਚਲਾ ਰਿਹਾ, ਸ਼੍ਰੋਮਣੀ ਕਮੇਟੀ ਨੂੰ ਚਲਾਉਣਾ। ਹਾਂਜੀ, ਅਤੇ ਕੀ ਹੁਣ ਫਿਰ ਤੁਸੀਂ ਕਿਵੇਂ ਬਿਆਨ ਕਰੋਗੇ ਕਿ ਇਸ ਵੇਲੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਜਿਹੜਾ ਆਪਣੇ ਆਪ ਨੂੰ ਅਸਲੀ ਸ਼੍ਰੋਮਣੀ ਅਕਾਲੀ ਦਲ ਅਖਵਾਉਂਦਾ, ਅਤੇ ਉਹਦੇ 100 ਸਾਲ ਪੂਰੇ ਹੋ ਰਹੇ ਨੇ, ਐਗਜ਼ੈਕਟਲੀ ਉਹਦੀ ਸਥਿਤੀ ਕੀ ਬਿਆਨ ਕਰੋਗੇ ਤੁਸੀਂ ਇਸ ਵੇਲੇ? ਇਸ ਵਕਤ ਲੋਕ ਨਫ਼ਰਤ ਕਰਦੇ ਨੇ ਜੀ। ਉਹਨਾਂ ਨੂੰ ਪਤਾ ਕਿ ਜੋ ਸ਼੍ਰੋਮਣੀ ਕਮੇਟੀ 'ਚ ਹੋਇਆ, ਮੈਂ ਕੱਲ੍ਹ ਦੀ ਦੱਸਦਾ, ਕੱਲ੍ਹ ਹੀ ਉਹਨਾਂ ਨੇ 100 ਸਾਲਾ ਸ਼੍ਰੋਮਣੀ ਕਮੇਟੀ ਦਾ ਮਨਾਇਆ ਜੀ। ਕਿਸੇ ਵੀ ਉਸ ਸ਼ਹੀਦ ਦਾ ਜਾਂ ਝੱਬਰ ਹੋਰਾਂ ਦਾ ਜਾਂ ਕੋਈ ਵੀ ਐਸਾ ਪਰਿਵਾਰ ਨਹੀਂ ਲਿਆ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਲਈ ਕੁਛ ਕੀਤਾ ਹੈ। ਕਿਸੇ ਨੂੰ ਕੋਈ ਸਨਮਾਨਿਤ ਨਹੀਂ ਕੀਤਾ, ਕਿਸੇ ਨੂੰ ਬੁਲਾਇਆ ਨਹੀਂ। ਲੇਕਿਨ ਅਸੀਂ ਫੈਸਲਾ ਕੀਤਾ ਕਿ ਸਾਡੀ ਪਾਰਟੀ ਵੱਲੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਾਂ ਉਹਨਾਂ ਮਹਾਨ ਲੋਕਾਂ ਨੂੰ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਲਈ ਇੰਨਾ ਕੁਛ ਕੀਤਾ, ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਬੁਲਾਵਾਂਗੇ ਅਤੇ ਸਨਮਾਨਿਤ ਕਰਾਂਗੇ। ਹੌਲੀ ਪਤਾ ਹੀ ਨਹੀਂ ਬਹੁਤਾਂ ਦਾ ਪਤਾ ਹੀ ਨਹੀਂ ਕਿੱਥੇ ਨੇ, ਪਰ ਉਹ ਸਾਡੇ ਹਰਵਿੰਦਰ ਸਿੰਘ ਖਾਲਸਾ ਜੀ ਨੇ, ਉਹਨਾਂ ਕੋਲ ਬੜਾ ਰਿਕਾਰਡ ਹੈ। ਉਹਨੇ ਉਸ ਦਿਨ ਬੋਲਦਿਆਂ ਵੀ ਕਿਹਾ ਸੀਗਾ ਕਿ ਮੈਂ ਬਹੁਤ ਕੁਛ ਲਏ ਨੇ, ਕੱਢੇ ਨੇ ਕਿ ਕਿੱਥੇ ਕਿੱਥੇ ਰਹਿੰਦੇ ਨੇ, ਉਹਨਾਂ ਨੂੰ ਅਸੀਂ ਸਨਮਾਨਿਤ ਕਰਾਂਗੇ। ਔਰ ਮੈਂ ਸਮਝਦਾ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਅਸੀਂ ਬਹਾਲ ਕਰਨ ਲਈ ਸਾਡੀ ਜੱਦੋ ਜਹਿਦ ਹੈ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਬਹਾਲ ਕਰਾਂਗੇ।
ਜਿਹੜਾ ਕਿ ਹੁਣ ਕੋਈ ਹੈ ਨਹੀਂ। ਤੁਹਾਨੂੰ ਪਤਾ ਹੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਦੀ ਕੀ ਮਾਨ ਮਰਿਆਦਾ ਰਹੇਗੀ ਹੁਣ। ਜੀ ਜੀ ਜੀ। ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਸੀ, ਜੋ ਉਹਦਾ ਅਤੀਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਸ਼ਾਨਦਾਰ, ਤੁਸੀਂ ਆਪਣੇ ਅਕਾਲੀ ਦਲ ਵਿੱਚ ਉਹ ਕਿਸ ਤਰ੍ਹਾਂ ਉਹਨੂੰ ਬਹਾਲ ਕਰਨ ਦਾ ਯਤਨ ਕਰੋਗੇ ਤੇ ਕੀ ਕਰੋਗੇ ਉਹਦੇ ਲਈ? ਦੇਖੋ, ਸਭ ਤੋਂ ਵੱਡਾ ਇੱਕ ਜਿਹੜਾ ਅੱਜ ਪੰਥ ਦੇ ਸਾਹਮਣੇ ਵੱਡਾ ਕੁਐਸਚਨ ਮਾਰਕ ਹੈ, ਉਹ ਇਹ ਹੈ ਕਿ ਹਮੇਸ਼ਾ ਧਰਮ ਤੇ ਸਿਆਸਤ ਸਿੱਖਾਂ ਦੀ ਇਕੱਠੀ ਹੈ, ਲੇਕਿਨ ਸਿਆਸਤ ਹਮੇਸ਼ਾ ਧਰਮ ਤੋਂ ਹੇਠਾਂ ਰਹੀ ਹੈ ਜੀ। ਧਰਮ ਦਾ ਕੁੰਡਾ ਸਿਆਸਤ ਤੇ ਰਿਹਾ ਜੀ, ਬਿਲਕੁਲ। ਲੇਕਿਨ ਹੁਣ ਸਿਆਸਤ ਨੇ ਧਰਮ ਦੇ ਉੱਪਰ ਕਬਜ਼ਾ ਕੀਤਾ ਹੋਇਆ। ਸਾਡਾ ਸਭ ਤੋਂ ਵੱਡਾ ਪਹਿਲਾਂ ਇਹ ਹੋਏਗਾ ਕਿ ਅਸੀਂ ਦੁਬਾਰਾ ਧਰਮ ਨੂੰ ਸਿਆਸਤ ਦੇ ਉੱਪਰ ਲਿਆਵਾਂਗੇ ਔਰ ਸਿਆਸਤ ਦੇ ਉੱਪਰ ਕੁੰਡਾ ਉਹਦਾ ਪਵਾਵਾਂਗੇ, ਤਾਂ ਕਿ ਧਰਮ ਫੈਸਲੇ ਕਰੇ, ਉਸ ਤੋਂ ਬਾਅਦ ਰਾਜਨੀਤਿਕ ਪਾਰਟੀਆਂ ਫੈਸਲੇ ਕਰਨ। ਉਹ ਸਭ ਤੋਂ ਵੱਡਾ ਸਾਡਾ ਉਹ ਪਦ ਹੈ। ਨਹੀਂ, ਪਰ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੁਣ ਕੌਮੀ ਪਾਰਟੀ ਬਣਨ ਦੇ ਆਹਰ ਵਿੱਚ ਸੀ, ਇਸਨੇ ਹੋਰ ਸੂਬਿਆਂ 'ਚ ਚੋਣਾਂ ਵੀ ਲੜੀਆਂ ਅਤੇ ਇਸਨੇ ਗੈਰ ਸਿੱਖਾਂ ਨੂੰ ਵਿੱਚ ਸ਼ਾਮਲ ਕਰਕੇ, ਲੀਡਰਾਂ ਨੂੰ ਸ਼ਾਮਲ ਕਰਕੇ, ਲੀਡਰਸ਼ਿਪ ਵੀ ਦੇ ਕੇ, ਉਹਨਾਂ ਲੀਡਰਸ਼ਿਪ ਵਿੱਚ ਲਿਆ ਕੇ ਇਹਦਾ ਧਰਮ ਨਿਰਪੱਖ ਚਿਹਰਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ। ਅਤੇ ਕੀ ਤੁਸੀਂ ਫਿਰ ਇਹੋ ਜਿਹਾ ਕਰੋਗੇ ਇਸ ਤਰ੍ਹਾਂ? ਨਹੀਂ, ਦੇਖੋ, ਇਹਦੇ 'ਚ ਇਹ ਨਹੀਂ ਹੈ ਕਿ ਕੋਈ ਹੋਰ ਜਿਹੜਾ ਪੰਥ ਹੈ, ਪੰਥ ਦਾ ਇੱਕ ਅੰਗ ਹੈ ਇਹ। ਪੰਥ ਦਾ ਅਕਾਲੀ ਦਲ ਇੱਕ ਅੰਗ ਹੈ, ਪੰਥ ਦਾ ਸਾਰਾ ਪੰਥ ਨਹੀਂ ਕਿਹਾ ਜਾ ਸਕਦਾ ਇਹਨੂੰ। ਇਸ ਕਰਕੇ ਜਦੋਂ ਰਾਜਨੀਤਿਕ ਲੋਕ ਹੈ, ਰਾਜਨੀਤੀ ਵਿੱਚ ਆ ਸਕਦੇ ਆ, ਲੇਕਿਨ ਧਰਮ ਵਿੱਚ ਨੌਨ ਸਿੱਖ ਨਹੀਂ ਕੋਈ ਧਰਮ। ਜਦੋਂ ਧਰਮ ਦੇ ਫੈਸਲੇ ਹੋਣਗੇ ਤੇ ਉਹਦੇ 'ਚ ਨੌਨ ਸਿੱਖ ਨਹੀਂ ਹੋਏਗਾ, ਉਹਦੇ ਸਿੱਖ ਹੀ ਹੋਣਗੇ। ਹੁਣ ਵੀ ਸਿੱਖ ਨੇ। ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਪਿਛਲਾ ਕੁਝ ਸਮੇਂ ਰਾਜ ਕੀਤਾ ਪੰਜਾਬ ਵਿੱਚ, ਉਸ ਤੋਂ ਪਹਿਲਾਂ ਇਹਨਾਂ ਤੋਂ ਬਹੁਤਾ ਲੰਬਾ ਪੂਰਾ ਸਮਾਂ ਸਰਕਾਰਾਂ ਨਹੀਂ ਚੱਲੀਆਂ, ਹਾਲਾਤ ਇਸ ਤਰ੍ਹਾਂ ਦੇ ਬਣਦੇ ਰਹੇ। ਅਤੇ ਜਦੋਂ ਸਰਕਾਰ ਚੱਲਦੀ ਹੈ ਤਾਂ ਸਟੇਟ ਦਾ ਇਹ ਜ਼ਿੰਮਾ ਹੁੰਦਾ ਹੈ ਕਿ ਉਹ ਆਪਣੇ ਰਿਆਇਆ ਨੂੰ, ਆਪਣੇ ਲੋਕਾਂ ਨੂੰ ਨਿਆਂ ਦੇਵੇ ਜਾਂ ਉਹਨਾਂ ਲਈ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਾਵੇ ਜਿਹੜੀਆਂ ਕਿ ਦੇਣੀਆਂ ਬਣਦੀਆਂ ਹਨ, ਜਿਸ ਤਰ੍ਹਾਂ ਸਿਹਤ, ਸਿੱਖਿਆ ਅਤੇ ਸੁਖਾਲਾ ਰਹਿਣੀ ਬਹਿਣੀ ਜੀਵਨ ਜਾਂਚ ਉਹਨਾਂ ਦੀ ਸੁਖਾਲੀ ਹੋਵੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਰੁਜ਼ਗਾਰ, ਬਾਇਜ਼ਤ ਰੁਜ਼ਗਾਰ ਉਹ ਹਾਸਲ ਕਰ ਸਕਣ। ਅਤੇ ਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇੱਕ ਪੂਰਾ ਦਹਾਕਾ ਜਿਹਨੇ ਰਾਜ ਕੀਤਾ ਹੈ, ਇਹ ਧਰਮ ਨਿਭਾਉਂਦੀ ਰਹੀ ਹੈ? ਨਹੀਂ, ਇਹਨਾਂ ਨੇ ਇਸੇ ਕਰਕੇ ਸਾਨੂੰ ਛੱਡਣਾ ਪਿਆ। ਇਹ ਸਾਰਾ ਕੁਝ ਛੱਡ ਕੇ ਦੂਸਰੇ ਪਾਸੇ ਚੱਲ ਪਏ ਸੀ ਜੀ। ਔਰ ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਹੈ ਜਿਹੜੀ ਤੁਸੀਂ ਸਿਹਤ ਸਹੂਲਤਾਂ ਦੀ ਗੱਲ ਕੀਤੀ ਹੈ, ਉਹ ਉਦੋਂ ਹੈ ਜਦੋਂ ਸਟੇਟ ਕੋਲੇ ਕੋਈ ਆਪਦੇ ਕੋਲ ਅਧਿਕਾਰ ਹੋਣਗੇ। ਅੱਜ ਕੀ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰ ਪਾਵਰ ਟੂ ਦੀ ਸਟੇਟ ਕਹਿ ਲਓ ਜਾਂ ਡੈਮੋਕ੍ਰੈਟਿਕ ਸਿਸਟਮ ਕਹਿ ਲਓ ਜਾਂ ਫੈਡਰਲ ਸਿਸਟਮ ਕਹਿ ਲਓ, ਉਹ ਛੱਡ ਚੁੱਕੇ ਹੈ ਜੀ। ਅਸੀਂ ਦੁਬਾਰਾ ਉਵੇਂ ਜਿਵੇਂ ਫੈਡਰਲ ਸਿਸਟਮ, ਮੋਰ ਪਾਵਰ ਟੂ ਦੀ ਸਟੇਟਸ, ਉਸੇ ਤਰ੍ਹਾਂ ਲੜਾਈ ਲੜਾਂਗੇ ਔਰ ਬਾਕੀ ਪਾਰਟੀਆਂ ਨੂੰ, ਰੀਜਨਲ ਪਾਰਟੀਆਂ ਨੂੰ ਨਾਲ ਲੈ ਕੇ ਉਹ ਜਦੋਜਹਿਦ ਕਰਾਂਗੇ ਔਰ ਦੁਬਾਰਾ ਇਹਨੂੰ ਫੈਡਰਲ ਸਿਸਟਮ 'ਤੇ ਲਿਆਉਣ ਦਾ ਯਤਨ ਕਰਾਂਗੇ ਜੀ। ਕੀ ਤੁਹਾਡਾ ਅਲੱਗ ਹੋਣਾ, ਸ਼੍ਰੋਮਣੀ ਅਕਾਲੀ ਦਲ ਵਿੱਚੋਂ ਵੱਖਰੇ ਹੋ ਜਾਣਾ, ਇਹਦੇ ਨਾਲ ਮੁੱਖ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਹੈ ਉਹ ਕਮਜ਼ੋਰ ਨਹੀਂ ਪੈ ਜਾਏਗਾ? ਨਹੀਂ, ਮੁੱਖ ਕੋਈ ਹੈ ਹੀ ਨਹੀਂ ਹੁਣ। ਉਹ ਮੁੱਖ ਨਹੀਂ ਕਹੇ ਜਾ ਸਕਦੇ। ਉਹ ਆਪਣੇ ਆਪ ਨੂੰ ਕਹਿੰਦੇ ਨੇ, ਉਹ ਕਹੀ ਜਾਂਦੇ। ਉਹਨਾਂ ਨੂੰ ਤਾਂ ਦੇਖੋ, ਲੋਕ ਜਿਹਨੇ ਇੰਨੀ ਨਫ਼ਰਤ ਕਰ ਰਹੇ ਨੇ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੀ ਲੋਕਾਂ 'ਚ ਨਫ਼ਰਤ ਉਹਨਾਂ ਦੇ ਖਿਲਾਫ ਹੋਈ ਹੈ। ਕਿਉਂਕਿ ਧਰਮ ਨੂੰ ਸਿੱਖ ਨਹੀਂ ਕਦੇ ਛੱਡ ਸਕਦਾ, ਆਪਣੇ ਗੁਰੂ ਨੂੰ ਨਹੀਂ ਛੱਡ ਸਕਦਾ। ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ, ਇਸ ਕਰਕੇ ਗੁਰੂ ਨੂੰ ਨਹੀਂ ਛੱਡ ਸਕਦਾ। ਇਸ ਮੈਂ ਸਮਝਦਾ ਕਿ ਉਹ ਹੁਣ ਕੋਈ ਉਹਨੂੰ ਇਹ ਨਹੀਂ ਕਹਿ ਸਕਦੇ ਤੁਸੀਂ ਉਹ ਅਕਾਲੀ ਦਲ। ਉਹ ਤਾਂ ਅਜੇ ਠੀਕ ਹੈ, ਅਜੇ ਇਲੈਕਸ਼ਨ ਨਹੀਂ ਕੋਈ ਆਈ। ਜਦੋਂ ਇਲੈਕਸ਼ਨ ਆਉਣਗੀਆਂ ਆਪਣੇ ਆਪ ਹੀ ਉਹ ਚਲੇ ਜਾਏਗਾ ਅਤੇ ਦੂਸਰਾ ਜਿਹੜਾ ਜਿੱਤੇਗਾ ਉਹ ਸ਼੍ਰੋਮਣੀ ਅਕਾਲੀ ਦਲ ਬਣ ਜਾਏਗਾ ਜੀ। ਜਿਸ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ, ਸਿਰਮੌਰ ਮਤਲਬ ਸਿਖਰਲੀ ਲੀਡਰਸ਼ਿਪ ਹੈ ਜਾਂ ਪ੍ਰਧਾਨ ਕਹਿ ਲਓ, ਤਾਂ ਉਹਨਾਂ 'ਤੇ ਪਰਿਵਾਰਵਾਦ ਦੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਦਾ ਇੱਕੋ ਹੀ ਪਰਿਵਾਰ ਦਾ ਇਹ ਲਿਮਟਿਡ ਬਣ ਕੇ ਰਹਿ ਗਿਆ ਹੈ ਸ਼੍ਰੋਮਣੀ ਅਕਾਲੀ ਦਲ। ਤੁਸੀਂ ਇਹਦੇ ਬਾਰੇ ਕੀ ਆਖਦੇ ਹੋ? ਉਹ ਬਿਲਕੁਲ ਠੀਕ ਹੈ, ਇਹ ਵੀ ਠੀਕ ਹੈ। ਉਹਨਾਂ ਦੇ ਮੈਨੂੰ ਦੱਸਣ ਵੀ ਉਹਨਾਂ ਨੇ ਕਿਸੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਕਿਸੇ ਨੇ ਕੁਰਬਾਨੀ ਕੀਤੀ ਹੈ? ਕਦੇ ਉਹ ਮੋਰਚੇ 'ਚ ਗਏ, ਕਦੇ ਅਕਾਲੀ ਦਲ ਦੇ ਪ੍ਰੋਗਰਾਮ 'ਚ ਗਏ ਪਹਿਲਾਂ, ਸਿਵਾਏ ਇਸ ਦੇ ਕਿ ਉਹਨਾਂ ਨੂੰ ਆਉਂਦਿਆਂ ਨੂੰ ਮਿਲ ਗਈਆਂ ਮਿਨਿਸਟਰੀਆਂ ਅਤੇ ਸਾਰਾ ਕੁਛ ਹੋ ਗਿਆ। ਉਹਨਾਂ 'ਚੋਂ ਇੱਕ ਬੰਦਾ ਦੱਸ ਦਿਓ ਸਾਰੇ ਕਾਂਗਰਸ 'ਚ ਰਹੇ, ਚਾਹੇ ਮਜੀਠੀਆ ਪਰਿਵਾਰ ਸੀ, ਚਾਹੇ ਕਾਨੂੰ ਪਰਿਵਾਰ ਸੀ, ਹੋਰ ਸੀ, ਲੇਕਿਨ ਸਾਰਿਆਂ ਨੂੰ ਮਿਨਿਸਟਰੀਆਂ ਮਿਲ ਗਈਆਂ। ਔਰ ਉਹ ਸੁਖਬੀਰ ਮੈਨੂੰ ਕਿਸੇ ਨੇ ਐਸੇ ਤੁਰੇ ਕਹਿੰਦੇ ਜੀ ਹੁਣ ਤੁਸੀਂ ਛੱਡਤਾ, ਪਹਿਲਾਂ ਤੁਸੀਂ ਲਈਆਂ ਇੱਥੋਂ MP ਵੀ ਬਣੇ, ਤੁਹਾਨੂੰ ਇੰਨਾ ਕੁਛ ਮਿਲਿਆ।
ਮੈਂ ਕਿਹਾ ਕਮਾਲ ਹੈ, ਮੈਂ ਤਾਂ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ, ਮੈਂ ਤਾਂ 3-4 ਸਾਲ ਜੇਲ੍ਹ ਵੀ ਰਿਹਾ, ਮੈਂ ਤਾਂ ਕੋਈ ਐਸਾ ਮੋਰਚਾ ਨਹੀਂ ਜਿਹਦੇ 'ਚ ਨਹੀਂ ਛੱਡਿਆ। ਸਾਨੂੰ ਤਾਂ ਐਸੀਆਂ ਜੇਲ੍ਹਾਂ 'ਚ ਵੀ ਰੱਖਿਆ ਕਿ ਜਿੱਥੇ ਕਿਸੇ ਨੂੰ ਮਿਲ ਨਹੀਂ ਦਿੱਤਾ। ਪਰ ਸੁਖਬੀਰ ਤਾਂ ਦੱਸੇ ਵੀ ਇੱਕ ਦਿਨ ਵੀ ਕਿਤੇ ਜੇਲ੍ਹ ਗਿਆ ਹੋਵੇ ਜਾਂ ਇੱਕ ਦਿਨ ਵੀ ਕਿਤੇ ਪਾਰਟੀ ਦੇ ਪ੍ਰੋਗਰਾਮ 'ਚ ਇਹਨੇ ਕੁਰਬਾਨੀ ਕੀਤੀ ਹੋਵੇ। ਅਸੀਂ ਤਾਂ ਸਾਰੇ ਮੋਰਚੇ ਲੜੇ ਨੇ, ਅਤੇ ਸਾਡਾ ਕੋਈ ਜੀਅ ਕਰਦਾ ਸੀ। ਜਦੋਂ ਹਾਲਾਤ ਹੀ ਹੋ ਗਏ, ਮੈਂ ਕਿਹਾ ਪ੍ਰਧਾਨ ਤਾਂ ਬਦਲੇ ਜਾਂਦੇ ਨੇ, ਪਹਿਲਾਂ ਹੀ ਬਦਲਦੇ ਰਹੇ ਨੇ। ਇਹ ਤਾਂ ਨਹੀਂ ਹੈ ਕੋਈ ਪ੍ਰਧਾਨ ਕਦੇ ਬਦਲੇ ਨਹੀਂ, ਪਹਿਲਾਂ ਹੀ ਪ੍ਰਧਾਨ ਬਦਲੇ ਨੇ। ਜਦੋਂ ਪ੍ਰਧਾਨ ਕੋਈ ਗਲਤ ਕੰਮ ਕਰਦਾ, ਚਾਹੇ ਤੁਸੀਂ ਦੇਖ ਲਓ ਮਾਸਟਰ ਤਾਰਾ ਸਿੰਘ ਜਿੰਨਾ ਵੱਡਾ ਲੀਡਰ ਨਹੀਂ ਕੋਈ ਹੋਣਾ, ਲੇਕਿਨ ਜਿੱਦਣ ਉਹਨੇ ਕਿਹਾ ਉਹ ਤਾਂ ਬੈੱਡ 'ਤੇ ਵਿਚਾਰਾ ਚਲਿਆ ਗਿਆ, ਉਹਨੂੰ ਕਿਸੇ ਨੇ ਪੁੱਛਿਆ ਨਹੀਂ, ਕਿਉਂਕਿ ਗਲਤੀ ਕਰ ਬੈਠਿਆ। ਉਹੀ ਸੰਤ ਫਤਿਹ ਸਿੰਘ ਲਿਆਂਦਾ, ਸੰਤ ਫਤਿਹ ਸਿੰਘ ਨੇ ਗਲਤੀ ਕੀਤੀ, ਸੰਤ ਫਤਿਹ ਸਿੰਘ ਨੂੰ ਬਦਲਿਆ। ਇਸ ਤਰ੍ਹਾਂ ਸਾਰੇ ਬਦਲਦੇ ਰਹੇ ਅਤੇ ਹੁਣ ਵੀ ਬਦਲੇ ਆ ਜੀ। ਅਤੇ ਤੁਸੀਂ ਇਸ ਜੋ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ, ਤੁਸੀਂ ਉਹਦੇ ਭਵਿੱਖ ਬਾਰੇ ਕੀ ਆਖਦੇ ਹੋ? ਆਖਰੀ ਸਵਾਲ। ਦੇਖੋ, ਸੁਖਬੀਰ ਬਾਦਲ ਨੂੰ ਅਕਾਲੀ ਦਲ ਦਾ ਨਹੀਂ ਪਤਾ ਵੀ ਅਕਾਲੀ ਦਲ ਹੈ ਕੀ, ਇਹਦੀ ਕੀ ਕਰਵਾਨੀ ਹੈ। ਸੁਖਬੀਰ ਸਿੰਘ ਬਾਦਲ ਪਾਰਟੀ ਨੂੰ ਐਜ਼ ਕੰਪਨੀ ਚਲਾਉਣਾ ਚਾਹੁੰਦਾ ਜੀ। ਕੋਈ ਡੈਮੋਕ੍ਰੈਟਿਕ ਸਿਸਟਮ ਨਹੀਂ ਹੈ ਉੱਥੇ। ਉਹ ਇਕੱਲੇ ਹੀ ਫੈਸਲੇ ਕਰਦਾ, ਇਕੱਲੇ ਹੀ ਸਾਰੇ ਕੁਝ ਹੁੰਦਾ। ਕਦੇ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਹੋਇਆ। ਇਸ ਕਰਕੇ ਹੌਲੀ ਹੌਲੀ ਸਾਰੇ ਛੱਡ ਕੇ ਕੁਛ ਘਰੇ ਬਹਿ ਗਏ, ਅਤੇ ਅਸੀਂ ਉਹਨਾਂ ਲੋਕਾਂ ਨੂੰ ਇਕੱਠਾ ਕਰਨ ਲੱਗੇ ਹਾਂ ਜਿਹੜੇ ਵਿਚਾਰੇ ਘਰੇ ਬਹਿ ਗਏ ਇਸ ਗੱਲੋਂ ਕਿ ਯਾਰ ਸਾਡੀ ਸੱਤ ਪੁੱਛ ਨਹੀਂ ਰਹੀ, ਇਹ ਤਾਂ ਆਪਣੇ ਆਪ ਫੈਸਲੇ ਕਰੀ ਜਾਂਦੇ ਆ। ਔਰ ਉਹ ਲੋਕ ਨੌਜਵਾਨਾਂ ਨੂੰ ਇਕੱਠੇ ਕਰਦੇ ਆ ਜਿਨ੍ਹਾਂ ਦੇ ਹੱਥ ਅੱਜ ਦੇਣਾ। ਅਸੀਂ ਆਪ ਨਹੀਂ ਲੜਨੀ, ਪਹਿਲਾਂ ਤਾਂ ਅਸੀਂ ਫੈਸਲਾ ਸਲਾਹ ਕੀਤਾ 4-5 ਜਿਹੜੇ ਇਕੱਠੇ ਹੋਏ ਕਿ ਆਪਾਂ ਕੋਈ ਇਲੈਕਸ਼ਨ ਨਹੀਂ ਲੜਨੀ। ਮੈਂ ਜਿੱਦਣ ਛੱਡਿਆ ਕਿ ਲੋਕ ਇਹ ਕਹਿੰਦੇ ਨੇ, ਲੋਕ ਛੱਡਦੇ ਆ ਵੀ ਤਾਕਤ ਲੈਣ ਲਈ ਜਾਂ ਹੋਣ ਲਈ, ਲੇਕਿਨ ਮੈਂ ਕਿਹਾ ਵੀ ਨਾ ਮੈਂ MLA ਦੀ, ਨਾ SGPC ਦੀ, ਨਾ MP ਦੀ ਕੋਈ ਇਲੈਕਸ਼ਨ ਨਹੀਂ ਲੜਨੀ ਜੀ। ਅਤੇ ਇਸ ਕਰਕੇ ਉਦੋਂ ਜਦੋਂ ਮਨ ਬਣਾ ਕੇ ਚੱਲੀਏ ਕਿ ਨਹੀਂ ਕੌਮ ਲਈ ਕਰਨਾ ਕੁਛ, ਸੂਬੇ ਲਈ ਕਰਨਾ ਕੁਛ, ਅਤੇ ਉਦੋਂ ਫਿਰ ਆਪਦਾ ਇੰਟਰਸਟ ਨਹੀਂ ਦੇਖਣਾ ਚਾਹੀਦਾ। ਲੇਕਿਨ ਉਹਨਾਂ ਤੋਂ ਪੁੱਛੋ, ਉਹਨਾਂ ਨੇ ਕੋਈ ਐਸਾ ਹੈ ਜੀ। ਆਖਰੀ ਸਵਾਲ, ਇੱਕ ਹੋਰ ਸਵਾਲ ਮਨ 'ਚ ਉੱਠਿਆ ਹੁਣ, ਕਿਉਂਕਿ ਤੁਸੀਂ ਆਖਿਆ ਕਿ ਤੁਸੀਂ ਕੋਈ ਇਲੈਕਸ਼ਨ ਨਹੀਂ ਲੜਨੀ, ਤੁਸੀਂ ਇੱਕ ਟੀਚਾ ਲੈ ਕੇ ਚੱਲੇ ਹੋ ਅਕਾਲੀ ਦਲ ਲਈ, ਇਹ ਜੋ ਜਿਨ੍ਹਾਂ ਦੀ ਸੱਦ ਪੁੱਛ ਨਹੀਂ ਸੀ ਰਹੀ ਜਾਂ ਜਿਨ੍ਹਾਂ ਨੂੰ ਉੱਕਾ ਹੀ ਅਣਗੌਲੇ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰ ਰਹੇ ਹੋ ਅਤੇ ਪੰਜਾਬ ਦੇ ਜਾਂ ਕੌਮ ਦੇ ਹਿੱਤਾਂ ਦੀ ਗੱਲ ਕਰ ਰਹੇ ਹੋ। ਤੁਸੀਂ ਜਿਸ ਤਰ੍ਹਾਂ ਆਪਣਾ ਟੀਚਾ ਦੱਸਿਆ ਕਿ ਤੁਸੀਂ ਜਿਹੜੇ ਮੋਹਰੀ ਲੀਡਰ ਹੋ, ਤੁਸੀਂ ਚੋਣਾਂ ਨਹੀਂ ਲੜੋਗੇ, ਕਿਸੇ ਵੀ ਕਿਸਮ ਦੀਆਂ ਚੋਣਾਂ ਨਹੀਂ ਲੜੋਗੇ, ਤੁਸੀਂ ਸਿਰਫ ਅਗਵਾਈ ਦਿਓਗੇ ਅਤੇ ਜੋ ਅਣਗੌਲੇ ਕਰ ਦਿੱਤੇ ਗਏ ਲੋਕ ਸੀ, ਸੁਹਿਰਦ ਲੋਕ, ਉਹਨਾਂ ਨੂੰ ਇਕੱਠੇ ਕਰਕੇ ਇੱਕ ਮੰਚ 'ਤੇ ਲਿਆਓਗੇ। ਅਤੇ ਪਰ ਤੁਸੀਂ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਰਹੇ ਹੋ, ਉਹੀ ਫਿਰ ਗੱਲ ਰਿਪੀਟ ਹੋ ਰਹੀ ਹੈ ਕਿ ਅਹੁਦਿਆਂ 'ਤੇ ਰਹੇ ਹੋ, ਪਰ ਇਹ ਹੈ ਕਿ ਲੋਕਾਂ 'ਚ ਵਿਚਰੇ ਹੋ। ਤੁਸੀਂ ਆਖਿਆ ਕਿ ਤੁਸੀਂ ਜੇਲ੍ਹਾਂ ਕੱਟੀਆਂ, ਸੰਘਰਸ਼ ਕੀਤੇ, ਪਰ ਕੀ ਤੁਸੀਂ ਵੱਖਰੇ ਹੁੰਦਿਆਂ ਬਹੁਤ ਦੇਰ ਨਹੀਂ ਲਾ ਦਿੱਤੀ? ਕੀ ਤੁਹਾਨੂੰ ਬਹੁਤ ਪਹਿਲਾਂ ਨਹੀਂ ਸੀ ਬੋਲਣਾ ਚਾਹੀਦਾ? ਇਹ ਇੱਕਦਮ ਤਾਂ ਘਟਨਾਵਾਂ ਬੁਰੀਆਂ ਹੋਣ ਨਹੀਂ ਲੱਗੀਆਂ। ਸਾਰਾ ਕੁਛ ਜੋ ਸਿਲਸਿਲੇ ਅਕਾਲੀ ਦਲ ਦੀ ਸ਼ਾਨ ਦੇ ਖਿਲਾਫ ਜੋ ਕੁਝ ਹੋਣ ਲੱਗਿਆ, ਇਹ ਕੋਈ ਹੁਣੇ ਦਾ ਸੱਜਰਾ ਵਰਤਾਰਾ ਤਾਂ ਹੈ ਨਹੀਂ, ਅਤੇ ਇਹ ਬਹੁਤ ਪਹਿਲਾਂ ਤੋਂ ਹੋ ਰਿਹਾ ਹੋਏਗਾ। ਕੀ ਉਦੋਂ ਹੀ ਠੱਲ ਪਾਉਣੀ ਨਹੀਂ ਸੀ ਬਣਦੀ? ਇਹ ਠੀਕ ਹੈ, ਅਸੀਂ ਅੰਦਰ ਬੈਠ ਕੇ ਤਾਂ ਜ਼ਰੂਰ ਲੜਦੇ ਰਹੇ। ਮੈਂ ਸਮਝਦਾ ਸਭ ਤੋਂ ਵੀ ਅਸੀਂ ਮਾਫੀ ਮੰਗੀ ਹੈ ਇਸ ਗੱਲ ਦੀ। ਸੰਘ ਤੋਂ ਪਹਿਲੇ ਦਿਨ ਜਿੱਦਣ ਸੰਗਰੂਰ ਇਕੱਠ ਕੀਤਾ ਸੀ, ਪਰਵਿੰਦਰ ਨੇ ਇਸ ਗੱਲ ਦੀ ਮਾਫੀ ਮੰਗੀ। ਅਸੀਂ ਲੇਟ ਹੋ ਗਏ ਜੀ, ਪਰ ਅਸੀਂ ਅੰਦਰ ਬੈਠ ਕੇ ਲੜਦੇ ਰਹੇ, ਪਰ ਅੰਦਰ ਸਾਡੀ ਕੋਈ ਸੱਦ ਪੁੱਛਣੀ ਸੀ। ਇਸ ਕਰਕੇ ਮੈਂ ਸਮਝਦਾ, ਮੈਂ ਤੁਹਾਡੇ ਰਾਹੀਂ ਵੀ ਮਾਫੀ ਮੰਗਣਾ ਚਾਹੁੰਦਾ ਸੰਘ ਤੋਂ ਵੀ ਸਾਡੇ ਤੋਂ ਥੋੜ੍ਹਾ ਜਿਹਾ ਲੇਟ ਜ਼ਰੂਰ ਹੋਏ ਜੀ, ਪਰ ਕਿਸੇ ਜੇ ਨੇਕ ਕੰਮ ਲਈ ਤੁਰੀਏ ਤਾਂ ਫਿਰ ਕੋਈ ਗੱਲ ਨਹੀਂ, ਉਹ ਤਾਂ ਲੇਟ ਹੋ ਗਏ ਤਾਂ ਵੀ ਕੋਈ ਨਹੀਂ ਜੀ। ਸੋ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਹੈ ਕਿ ਉਹ ਦੇਰ ਜ਼ਰੂਰ ਹੋਈ ਹੈ ਉਹਨਾਂ ਨੂੰ, ਪਰ ਉਹ ਆਪਣਾ ਟੀਚਾ ਲੈ ਕੇ ਤੁਰ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਅਣਗੌਲੇ ਕਰ ਦਿੱਤੇ ਗਏ ਲੋਕ ਸਨ, ਆਮ ਲੋਕੀ ਜੋ ਸੁਹਿਰਦ ਸਨ, ਉਹਨਾਂ ਨੂੰ ਇਹ ਮੁੜ ਇਕੱਠੇ ਕਰ ਰਹੇ ਹਨ ਅਤੇ ਕਰਨਗੇ। ਢੀਂਡਸਾ ਸਾਹਿਬ, ਤੁਸੀਂ ਸਾਨੂੰ TV ਪੰਜਾਬ 'ਤੇ ਟਾਈਮ ਦਿੱਤਾ, ਤੁਹਾਡਾ ਬਹੁਤ ਧੰਨਵਾਦ। ਅੱਗੇ ਤੋਂ ਵੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਹਾਲ ਇਸ ਪ੍ਰੋਗਰਾਮ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਬੀਬੀ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੁਹਾਡੇ TV ਦੀ ਚੈਨਲ ਦੀ ਤੁਹਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।